ਹੈਲੋ एवरीवन, ਮੈਂ ਤੁਹਾਡੀ ਇੰਗਲਿਸ਼ ਐਜੂਕੇਟਰ ਸਵਾਗਤ ਕਰਦੀ ਹਾਂ ਤੁਹਾਡੇ ਗਿਲਸ ਮੈਂਟੋਰ ਦੇ ਈ-ਲਰਨਿੰਗ ਪਲੇਟਫਾਰਮ ਤੇ ਜਲਦੀ ਤੋਂ ਇਸਨੂੰ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਥੋੜ੍ਹੀ ਇੰਗਲਿਸ਼ ਦੀ ਨੌਲੇਜ ਹੈ ਜਿਹੜੀ ਉਹ ਸਿੱਖ ਸਕਣ, ਕਿਉਂਕਿ ਇੰਗਲਿਸ਼ ਦਾ ਜਿਹੜਾ ਡਰ ਹੈ ਨਾ ਉਹ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਹਮੇਸ਼ਾ ਹੀ ਇੰਗਲਿਸ਼ ਤੋਂ ਡਰਦੇ ਹਾਂ, ਠੀਕ ਹੈ। ਤਾਂ ਕੱਲ੍ਹ ਆਪਾਂ ਪ੍ਰਨਾਊਨ ਕੀਤਾ ਸੀ, ਪ੍ਰਨਾਊਨ ਦਾ ਆਪਾਂ ਟੇਬਲ ਦੇਖਿਆ ਸੀ। ਤਾਂ ਅੱਜ ਆਪਾਂ ਹੁਣ ਕਰਦੇ ਹਾਂ ਪ੍ਰਨਾਊਨ ਦੇ ਅੱਗੇ ਕੁਛ ਟੌਪਿਕ ਕਰਦੇ ਹਾਂ, ਠੀਕ ਹੈ। ਤਾਂ ਆਪਾਂ ਉਸਦੇ ਲਈ ਕੁਐਸਚਨ ਦੇਖਦੇ ਹਾਂ। ਰਾਮ, ਯੂ ਐਂਡ ਆਈ ਹੈਵ ਲੋਸਟ ਆਰ ਵੈਲਥ। ਤਾਂ ਹੁਣ ਇਸਦਾ ਮੈਨੂੰ ਐਰਰ ਤੁਸੀਂ ਦੱਸ ਸਕਦੇ ਹੋ ਕਿ ਐਰਰ ਕੀ ਹੈ ਇਸ ਦੇ ਵਿੱਚ। ਚਲੋ ਅੱਗੇ ਆਪਾਂ ਦੇਖਦੇ ਹਾਂ। ਕਈ ਵਾਰੀ ਆਪਾਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ, ਲੇਕਿਨ ਹਰ ਇੱਕ ਗੱਲ ਕਹਿਣ ਦਾ ਆਰਡਰ ਹੁੰਦਾ। ਮੈਂ ਤੁਹਾਨੂੰ ਪਿਛਲੇ ਕਲਾਸਿਸ ਦੇ ਵਿੱਚ ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ ਕਰਵਾਇਆ, ਠੀਕ ਹੈ। ਅਗਰ ਆਪਾਂ ਜਰਨਲ ਆਰਡਰ ਕਰਨਾ ਹੈ, ਮਤਲਬ ਕਿ ਆਪਾਂ ਕੁਛ ਵੀ ਜਰਨਲ ਗੱਲ ਕਹਿ ਰਹੇ ਹਾਂ ਨਾ, ਤਾਂ ਪਹਿਲਾਂ ਕਿਹੜਾ ਆਊਗਾ, ਸੈਕਿੰਡ ਪਰਸਨ ਆਊਗਾ, ਫਿਰ ਥਰਡ ਪਰਸਨ ਦਾ ਯੂਜ਼ ਕੀਤਾ ਜਾਂਦਾ, ਫਿਰ ਫਸਟ ਪਰਸਨ ਦਾ ਯੂਜ਼ ਹੈ ਜਿਹੜਾ ਉਹ ਕੀਤਾ ਜਾਂਦਾ। ਜਿਵੇਂ ਕਿ ਯੂ, ਹੀ ਐਂਡ ਆਈ ਆਰ ਫਰੈਂਡਸ। ਯੂ ਕੀ ਹੋ ਗਿਆ, ਸੈਕਿੰਡ ਪਰਸਨ, ਹੀ ਥਰਡ ਪਰਸਨ ਐਂਡ ਆਈ ਕੀ ਹੋ ਗਿਆ, ਫਸਟ ਪਰਸਨ ਹੈ ਜਿਹੜਾ ਇੱਥੇ ਹੋ ਗਿਆ। ਹਮੇਸ਼ਾ ਕਿਹੜਾ ਆਰਡਰ ਹੋਣਾ ਚਾਹੀਦਾ, ਜਰਨਲ ਆਰਡਰ। ਪਹਿਲਾਂ ਸੈਕਿੰਡ ਪਰਸਨ, ਫਿਰ ਥਰਡ ਪਰਸਨ, ਫਿਰ ਫਸਟ ਪਰਸਨ। ਲੇਕਿਨ ਅਗਰ ਇਹੀ ਗੱਲ ਕਨਫੈਸ ਕਰਨੀ ਹੋਵੇ, ਕਨਫੈਸ ਮਤਲਬ ਕਿ ਕੋਈ ਤੁਹਾਡੇ ਤੋਂ ਗੁਨਾਹ ਹੋ ਗਿਆ, ਠੀਕ ਹੈ, ਕੋਈ ਵੀ ਕਿਸੇ 'ਤੇ ਦੋਸ਼ ਲਗਾਉਣਾ ਜਾਂ ਕੁਛ ਵੀ ਕਰਨਾ ਨਾ, ਤਾਂ ਆਪਾਂ ਉਸ ਦੇ ਟਾਈਮ 'ਤੇ ਸਿੰਪਲ ਫਸਟ, ਸੈਕਿੰਡ ਐਂਡ ਥਰਡ ਆਰਡਰ ਰੱਖਣਾ। ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਈ ਹੈ ਨਾ, ਆਈ ਆਪਾਂ ਆਪਣੇ ਲਈ ਯੂਜ਼ ਕਰਦੇ ਹਾਂ। ਤਾਂ ਹੁਣ ਇਹ ਕਰਨਾ ਹੈ ਕਿ ਜਿਹੜਾ ਆਈ ਹੈ ਨਾ ਉਹ ਬਹੁਤ ਹੀ ਸ਼ਰੀਫ ਹੈ। ਉਹ ਜਦੋਂ ਤੱਕ ਕੁਛ ਵੰਡਣ ਵਡਾਉਣ ਦੀ ਗੱਲ ਹੁੰਦੀ ਹੈ, ਉਦੋਂ ਤਾਂ ਦੂਜੇ ਪਰਸਨਾਂ ਨੂੰ ਅੱਗੇ ਰੱਖਦਾ, ਸੈਕਿੰਡ ਨੂੰ, ਫਿਰ ਥਰਡ ਨੂੰ ਵਾਰੀ ਦਿੰਦਾ, ਫਿਰ ਆਪ ਆਉਂਦਾ। ਲੇਕਿਨ ਜਦੋਂ ਉਹ ਕੋਈ ਵੀ ਗਲਤੀ ਕਬੂਲ ਕਰਨੀ ਹੁੰਦੀ ਹੈ, ਠੀਕ ਹੈ, ਕੋਈ ਵੀ ਗਲਤੀ ਹੋ ਗਈ ਉਹਨੂੰ ਮੰਨਣਾ ਹੁੰਦਾ ਜਾਂ ਕੁਛ ਵੀ, ਉਦੋਂ ਆਪ ਅੱਗੇ ਹੋ ਜਾਂਦਾ, ਠੀਕ ਹੈ। ਇਹ TV ਸੀਰੀਅਲ ਦੀ ਬਹੂ ਵਾਂਗੂ ਹੈ, ਜਦੋਂ ਕੁਛ ਦਵਾਉਣਾ ਹੁੰਦਾ ਉਦੋਂ ਆਪ ਪਿੱਛੇ, ਜਦੋਂ ਗਲਤੀ ਮੰਨਣੀ ਹੁੰਦੀ ਹੈ ਉਦੋਂ ਆਪ ਅੱਗੇ, ਠੀਕ ਹੈ। ਤਾਂ ਫਸਟ ਪਰਸਨ, ਸੈਕਿੰਡ ਪਰਸਨ ਐਂਡ ਥਰਡ ਪਰਸਨ। ਜਿਵੇਂ ਕਿ ਆਈ, ਯੂ ਐਂਡ ਹੀ ਕਮਿਟਡ ਆ ਸਿਨ। ਸਿਨ ਦਾ ਮਤਲਬ ਹੁੰਦਾ ਪਾਪ, ਕਮਿਟਡ ਦਾ ਮਤਲਬ ਹੁੰਦਾ ਕਰਨਾ, ਠੀਕ ਹੈ। ਸੌਰੀ, ਮੈਂ ਹਿੰਦੀ ਦੇ ਵਿੱਚ ਲਿਖ ਗਈ। ਇਸ ਦਾ ਮਤਲਬ ਹੁੰਦਾ ਕਰਨਾ, ਥੋੜ੍ਹਾ ਜਿਹਾ ਦੇਖ ਲਿਓ ਪੰਜਾਬੀ ਦੇ ਵਿੱਚ, ਠੀਕ ਹੈ। ਆਈ, ਯੂ ਐਂਡ ਹੀ ਕਮਿਟਡ ਆ ਸਿਨ, ਮਤਲਬ ਕਿ ਮੈਂ, ਯੂ ਮਤਲਬ ਸੈਕਿੰਡ ਪਰਸਨ ਐਂਡ ਥਰਡ, ਅਤੇ ਹੀ ਨੇ ਜਿਹੜਾ ਹੈਗਾ ਉਹ ਪਾਪ ਕੀਤਾ। ਇਹ ਜਿਹੜਾ ਆਰਡਰ ਹੁੰਦਾ ਨਾ, ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਕਿ ਆਪਾਂ ਦੇਖਦੇ ਹਾਂ, ਰਾਮ, ਯੂ ਐਂਡ ਆਈ ਹੈਵ ਲੋਸਟ ਆਰ ਵੈਲਥ। ਹੁਣ ਤੁਸੀਂ ਇਸ ਦੇ ਵਿੱਚ ਮੈਨੂੰ ਦੱਸੋ ਕਿ ਆਪਣਾ ਜਿਹੜਾ ਆਰਡਰ ਹੈ ਉਹ ਕੀ ਹੋਣਾ ਚਾਹੀਦਾ। ਹੁਣ ਦੇਖੋ ਆਪਣੇ ਕੋਲ ਆਰਡਰ ਜਿਹੜਾ ਇਹ ਹੋਣਾ ਚਾਹੀਦਾ ਹੈ, ਯੂ, ਰਾਮ ਐਂਡ ਆਈ ਹੈਵ ਲੋਸਟ ਆਰ ਵੈਲਥ। ਮਤਲਬ ਕਿ ਜਿਹੜਾ ਆਪਾਂ ਇੱਥੇ ਜਰਨਲ ਗੱਲ ਕਰ ਰਹੇ ਹਾਂ, ਜਰਨਲ ਗੱਲ ਕਰ ਰਹੇ ਹਾਂ, ਤਾਂ ਮਤਲਬ ਕਿ ਆਪਣੇ ਕੋਲ ਆਰਡਰ ਕੀ ਹੋਣਾ ਚਾਹੀਦਾ, ਸੈਕਿੰਡ ਪਰਸਨ, ਥਰਡ ਪਰਸਨ ਐਂਡ ਫਸਟ ਪਰਸਨ। ਤਾਂ ਹੁਣ ਇੱਥੇ ਆ ਗਿਆ ਸੈਕਿੰਡ ਪਰਸਨ, ਰਾਮ ਹੋ ਗਿਆ ਥਰਡ ਪਰਸਨ, ਆਈ ਕੀ ਹੋ ਗਿਆ ਆਪਣੇ ਕੋਲੇ ਫਸਟ ਪਰਸਨ ਹੈ ਜਿਹੜਾ ਉਹ ਹੋ ਗਿਆ। ਹੁਣ ਤੁਸੀਂ ਮੈਨੂੰ ਨੈਕਸਟ ਦੇ ਵਿੱਚ ਦੱਸੋ, ਸ਼ੀ ਡਿਸਟਰੀਬਿਊਟਡ ਦਾ ਮਨੀ ਬਿਟਵੀਨ ਮੀ ਐਂਡ ਯੂ। ਇਸ ਦੇ ਵਿੱਚ ਐਰਰ ਕੀ ਹੋਊਗੀ ਹੁਣ ਆਪਣੇ ਕੋਲੇ। ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲ ਜਿਹੜਾ ਹੈਗਾ ਸ਼ੀ ਡਿਸਟਰੀਬਿਊਟਡ ਦਾ ਮਨੀ ਬਿਟਵੀਨ ਮੀ ਐਂਡ ਯੂ, ਤਾਂ ਇੱਕ ਆਪਾਂ ਜਰਨਲ ਗੱਲ ਕਰ ਰਹੇ ਹਾਂ। ਜਰਨਲ ਗੱਲ ਕਰ ਰਹੇ ਹਾਂ ਤਾਂ ਆਪਣੇ ਕੋਲ ਇਹ ਸੀਕੁਐਂਸ ਕੀ ਹੁੰਦਾ, ਸੈਕਿੰਡ ਪਰਸਨ, ਥਰਡ ਪਰਸਨ ਪਲੱਸ ਫਸਟ ਪਰਸਨ। ਤਾਂ ਹੁਣ ਆਪਣੇ ਕੋਲ ਕੀ ਹੋਣਾ ਚਾਹੀਦਾ, ਸੈਕਿੰਡ ਪਰਸਨ ਕੌਣ ਹੈ, ਯੂ, ਐਂਡ ਫਿਰ ਫਸਟ ਪਰਸਨ ਕੌਣ ਹੈ, ਆਈ। ਉਹ ਕੀ ਹੋਣਾ ਚਾਹੀਦਾ, ਆਉਣਾ ਚਾਹੀਦਾ। ਡੈਟ ਮੀਨਸ ਆਪਣੇ ਕੋਲ ਕੀ ਹੋਣਾ ਚਾਹੀਦਾ, ਸ਼ੀ ਡਿਸਟਰੀਬਿਊਟਡ ਦਾ ਮਨੀ ਬਿਟਵੀਨ ਯੂ ਐਂਡ ਮੀ ਹੈ ਜਿਹੜਾ, ਉਹ ਚੀਜ਼ ਆਪਣੇ ਕੋਲ ਹੋਣੀ ਚਾਹੀਦੀ ਹੈ। ਨੈਕਸਟ ਆਪਾਂ ਦੇਖਦੇ ਹਾਂ, I and you are responsible for the loss. I and you are responsible for loss. ਹੁਣ ਤੁਸੀਂ ਮੈਨੂੰ ਇਸ ਦੇ ਵਿੱਚ ਐਰਰ ਦੱਸੋ ਕਿ ਐਰਰ ਕੀ ਹੋਣੀ ਚਾਹੀਦੀ ਹੈ। ਅਗਰ ਆਪਾਂ ਦੇਖੀਏ ਨਾ ਤਾਂ ਇਸ ਦੇ ਵਿੱਚ ਕੋਈ ਵੀ ਐਰਰ ਨਹੀਂ ਹੈਗੀ, ਕਿਉਂਕਿ ਆਪਾਂ ਇੱਥੇ ਕੀ ਕਰ ਰਹੇ ਹਾਂ, ਕੁਛ ਜਿਹੜਾ ਪਾਪ ਕੀਤਾ ਹੈ ਜਾਂ ਕੁਛ ਵੀ ਆਪਣੇ ਤੋਂ ਗਲਤੀ ਹੋ ਗਈ ਉਸ ਚੀਜ਼ ਨੂੰ ਆਪਾਂ ਮੰਨ ਰਹੇ। ਕੋਈ ਵੀ ਗਲਤੀ, ਪਾਪ ਜਾਂ ਕੁਛ ਵੀ ਆਪਾਂ ਚੀਜ਼ ਆਪਦੀ ਜਿਹੜੀ ਆਪਣੇ ਕਾਰਨ ਹੋਈ ਹੁੰਦੀ ਆ ਉਹਨੂੰ ਮੰਨਦੇ ਹਾਂ, ਤਾਂ ਕੀ ਹੋਣਾ ਚਾਹੀਦਾ ਆਪਣੇ ਕੋਲ, ਫਸਟ ਪਰਸਨ, ਸੈਕਿੰਡ ਪਰਸਨ ਐਂਡ ਥਰਡ ਪਰਸਨ ਹੋਣਾ ਚਾਹੀਦਾ। ਤਾਂ ਫਿਰ ਆਪਣੇ ਕੋਲ ਸਹੀ ਹੈ, ਪਹਿਲਾਂ ਫਸਟ ਪਰਸਨ ਆ ਰਿਹਾ, ਫਿਰ ਸੈਕਿੰਡ ਪਰਸਨ ਆ ਰਿਹਾ, ਠੀਕ ਹੈ। ਤਾਂ ਕੀ ਹੋਣਾ ਚਾਹੀਦਾ, ਆਈ ਐਂਡ ਯੂ ਆਰ ਰਿਸਪੋਂਸੀਬਲ ਫੋਰ ਲੋਸ।
ਜਿਵੇਂ ਕਿ ਹੁਣ ਨੈਕਸਟ ਦੇਖੋ, ਆਈ ਐਂਡ ਗੋਪਾਲ ਵੈਂਟ ਟੂ ਦ ਮੀਟਿੰਗ ਟੂਗੈਦਰ। ਆਈ ਐਂਡ ਗੋਪਾਲ ਵੈਂਟ ਟੂ ਦੀ ਮੀਟਿੰਗ ਟੂਗੈਦਰ। ਹੁਣ ਇਸ ਦੇ ਵਿੱਚ ਸੀਕੁਐਂਸ ਕੀ ਹੋਣਾ ਚਾਹੀਦਾ ਆਪਣੇ ਕੋਲੇ? ਅਗਰ ਆਪਾਂ ਇਸ ਦੇ ਵਿੱਚ ਸੀਕੁਐਂਸ ਦੇਖੀਏ ਤਾਂ ਇੱਕ ਜਨਰਲ ਗੱਲ ਹੋ ਰਹੀ ਹੈ, ਜਨਰਲ ਗੱਲ ਹੋ ਰਹੀ ਹੈ ਤਾਂ ਸੈਕਿੰਡ ਪਰਸਨ ਪਲਸ ਥਰਡ ਪਰਸਨ ਪਲਸ ਫਸਟ ਪਰਸਨ ਹੋਣਾ ਚਾਹੀਦਾ। ਹੁਣ ਅਗਰ ਆਪਾਂ ਇੱਥੇ ਦੇਖੀਏ, ਆਈ ਕੀ ਹੈ ਮੇਰੇ ਕੋਲ ਫਸਟ ਪਰਸਨ ਹੈ, ਗੋਪਾਲ ਕੀ ਹੈ ਥਰਡ ਪਰਸਨ ਹੈ, ਠੀਕ ਹੈ, ਕਿਉਂਕਿ ਕਿਸੇ ਵੀ ਦਾ ਨਾਮ ਆਪਾਂ ਕੀ ਕਰਦੇ ਹਾਂ ਥਰਡ ਪਰਸਨ 'ਚ ਲੈ ਲੈਂਦੇ ਹਾਂ। ਤਾਂ ਹੁਣ ਆਪਣੇ ਕੋਲ ਅਗਰ ਸੈਕਿੰਡ ਪਰਸਨ ਨਹੀਂ ਹੈਗਾ ਤਾਂ ਜ਼ਰੂਰੀ ਨਹੀਂ ਹੈਗਾ ਤਿੰਨੋਂ ਦੇ ਤਿੰਨੋਂ ਹੋਣੀ ਚਾਹੀਦੇ ਆ। ਤਾਂ ਆਪਾਂ ਪਹਿਲਾਂ ਕੀ ਲੈ ਲਿਆ ਥਰਡ ਪਰਸਨ, ਫਿਰ ਕੀ ਲੈ ਲਿਆ ਫਸਟ ਪਰਸਨ। ਡੈਟ ਮੀਨਸ ਕੀ ਹੋਣਾ ਚਾਹੀਦਾ ਗੋਪਾਲ ਐਂਡ ਆਈ ਵੈਂਟ ਟੂ ਦੀ ਮੀਟਿੰਗ ਟੂਗੈਦਰ। ਲੇਕਿਨ ਕਈ ਵਾਰ ਕੀ ਹੁੰਦਾ ਸੀ, ਜਦੋਂ ਆਪਾਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਸੀ ਤਾਂ ਸਿੰਪਲ ਲਿਖਿਆ ਹੋਇਆ ਵੀ ਆਪਾਂ ਨੂੰ ਸਹੀ ਲੱਗਦਾ ਸੀ। ਆਪਾਂ ਨੂੰ ਕਿਉਂਕਿ ਆਰਡਰ ਬਾਰੇ ਪਤਾ ਹੀ ਨਹੀਂ ਸੀ ਕਿ ਆਰਡਰ ਦੇ ਵਿੱਚ ਵੀ ਆਪਾਂ ਨੂੰ ਜਿਹੜੇ ਪਰਸਨ ਆ ਉਹ ਰੱਖਣੇ ਪੈਂਦੇ ਆ। ਹੁਣ ਜਿਵੇਂ ਕਿ ਨੈਕਸਟ ਦੇਖੋ, ਲੈਟ ਯੂ ਐਂਡ ਆਈ ਗੋ। ਸੁਣਨ 'ਚ ਊਟ ਪਟੰਗ ਜਿਹਾ ਲੱਗ ਰਿਹਾ ਹੋਣਾ, ਲੈਟ ਯੂ ਐਂਡ ਆਈ ਗੋ। ਐਰਰ ਹੀ ਦੱਸਣੀ ਹੈ ਤੁਸੀਂ ਇਸ ਦੇ ਵਿੱਚ ਐਰਰ ਕੀ ਹੈ, ਠੀਕ ਹੈ। ਅਗਰ ਹੁਣ ਆਪਾਂ ਇਸ ਦੇ ਵਿੱਚ ਐਰਰ ਦੇਖੀਏ ਨਾ, ਤਾਂ ਐਰਰ ਕਰਨ ਤੋਂ ਪਹਿਲਾਂ ਆਪਾਂ ਨੂੰ ਟੌਪਿਕ ਕਰਨਾ ਹੈ। ਤਾਂ ਟੌਪਿਕ ਦੇ ਵਿੱਚ ਕੀ ਹੁੰਦਾ ਹੈ, ਟੌਪਿਕ ਦੇ ਵਿੱਚ ਇਹ ਚੀਜ਼ ਹੈ ਕਿ ਆਪਾਂ ਕਦੋਂ ਓਬਜੈਕਟਿਵ ਕੇਸ ਹੈ ਜਿਹੜਾ ਉਹ ਯੂਜ਼ ਕਰਨਾ ਹੈ, ਠੀਕ ਹੈ। ਹੁਣ ਮੈਨੂੰ ਉਮੀਦ ਹੈ ਕਿ ਜਿਹੜਾ ਟੇਬਲ ਮੈਂ ਦਿੱਤਾ ਸੀ ਉਹ ਤੁਸੀਂ ਕਰ ਲਿਆ ਹੋਣਾ ਕਿ ਓਬਜੈਕਟਿਵ ਕੇਸ ਕੀ ਹੁੰਦਾ ਹੈ ਜਾਂ ਕੁਛ ਵੀ ਹੈ ਜਿਹੜਾ ਆਪਣੇ ਕੋਲੇ ਸਾਰੀਆਂ ਤੁਹਾਨੂੰ ਸਬਜੈਕਟਿਵ ਕੇਸ ਓਬਜੈਕਟਿਵ ਕੇਸ ਤੁਹਾਨੂੰ ਯਾਦ ਹੋਣਗੇ। ਐਟਲੀਸਟ ਤੁਹਾਨੂੰ ਉਹਨਾਂ ਨਾਲ ਕੀ ਹੁੰਦਾ ਨਾ ਜਾਣ ਪਹਿਚਾਣ ਜ਼ਰੂਰ ਹੋਊਗੀ। ਤਾਂ ਹੁਣ ਆਪਾਂ ਓਬਜੈਕਟਿਵ ਕੇਸ ਕਦੋਂ ਯੂਜ਼ ਕਰਨੇ ਆ? ਇੱਕ ਗੱਲ ਤਾਂ ਪਹਿਲਾਂ ਹਮੇਸ਼ਾ ਪ੍ਰੈਪੋਜੀਸ਼ਨ ਤੋਂ ਬਾਅਦ ਆਪਣੇ ਕੋਲ ਕੀ ਆਉਂਦਾ ਓਬਜੈਕਟਿਵ ਕੇਸ, ਅਤੇ ਲੈਟ ਤੋਂ ਬਾਅਦ ਵੀ ਆਪਾਂ ਹਮੇਸ਼ਾ ਕਿਹਦਾ ਯੂਜ਼ ਕਰਨਾ ਓਬਜੈਕਟਿਵ ਕੇਸ ਦਾ ਹੀ ਹੈ ਜਿਹੜਾ ਉਹ ਯੂਜ਼ ਕਰਨਾ ਹੈਗਾ। ਜਿਵੇਂ ਕਿ ਹੀ ਡਿਪੈਂਡਸ ਔਨ ਮੀ, ਔਨ ਕੀ ਹੈ ਹੁਣ ਇੱਥੇ ਪ੍ਰੈਪੋਜੀਸ਼ਨ ਹੈ, ਤਾਂ ਪ੍ਰੈਪੋਜੀਸ਼ਨ ਤੋਂ ਬਾਅਦ ਮੈਂ ਕੀ ਲਿੱਤਾ ਹੋਇਆ ਮੀ ਲਿੱਤਾ ਹੋਇਆ, ਕਿਉਂਕਿ ਇਹ ਇੱਕ ਓਬਜੈਕਟਿਵ ਕੇਸ ਹੈ। ਅਗਰ ਮੈਂ ਇੱਥੇ ਇਸ ਦੀ ਮੀ ਦੀ ਜਗ੍ਹਾ ਆਈ ਕਰ ਦਿੰਦੀ ਨਾ ਤਾਂ ਉਹ ਕੀ ਹੋ ਜਾਂਦਾ ਸਬਜੈਕਟ ਹੋ ਜਾਂਦਾ। ਤਾਂ ਸਬਜੈਕਟਿਵ ਕੇਸ ਨਹੀਂ ਲੈਣਾ, ਆਪਾਂ ਕੀ ਲੈਣਾ ਓਬਜੈਕਟਿਵ ਕੇਸ ਲੈਣਾ। ਡੈਟਸ ਵਾਈ ਆਪਣੇ ਕੋਲ ਜਿਹੜਾ ਮੀ ਹੈ ਉਹ ਬਿਲਕੁਲ ਸਹੀ ਹੈ। ਪ੍ਰੈਪੋਜੀਸ਼ਨ ਤੋਂ ਬਾਅਦ ਕੀ ਆਊਗਾ ਓਬਜੈਕਟਿਵ ਕੇਸ ਆਊਗਾ, ਅਤੇ ਲੈਟ ਤੋਂ ਬਾਅਦ ਵੀ ਤੁਹਾਡੇ ਕੋਲ ਓਬਜੈਕਟਿਵ ਕੇਸ ਹੀ ਆਊਗਾ। ਜਿਵੇਂ ਕਿ ਦੇਖੋ ਲੈਟ ਯੂ ਐਂਡ ਆਈ ਗੋ। ਹੁਣ ਲੈਟ ਕੀ ਆਪਣੇ ਕੋਲੇ ਲੈਟ ਤੋਂ ਬਾਅਦ ਦੱਸਿਆ ਓਬਜੈਕਟਿਵ ਕੇਸ ਆਉਣਗੇ, ਚਾਹੇ ਕੁਛ ਮਰਜ਼ੀ ਹੋਵੇ। ਯੂ ਦਾ ਸਬਜੈਕਟ ਅਤੇ ਓਬਜੈਕਟਿਵ ਕੇਸ ਇੱਕੋ ਜਿਹੇ ਦਿਖਦੇ ਹੁੰਦੇ, ਠੀਕ ਹੈ। ਯੂ ਤਾਂ ਠੀਕ ਹੈ, ਆਈ ਨਹੀਂ ਹੋਣਾ ਚਾਹੀਦਾ, ਤਾਂ ਫਿਰ ਆਪਣੇ ਕੋਲ ਕੀ ਹੋਣਾ ਚਾਹੀਦਾ ਮੀ, ਕਿਉਂਕਿ ਮੀ ਹੁੰਦਾ ਜਿਹੜਾ ਉਹ ਓਬਜੈਕਟਿਵ ਕੇਸ ਆਪਣੇ ਕੋਲੇ ਹੁੰਦਾ। ਨੈਕਸਟ ਦੇਖੋ, ਯੂ ਆਰ ਬੈਟਰ ਦੈਨ ਮੀ। ਇਸ ਦੇ ਵਿੱਚ ਐਰਰ ਦੱਸੋ। ਅਗਰ ਆਪਾਂ ਇਸ ਦੇ ਵਿੱਚ ਐਰਰ ਦੇਖਣ ਦੀ ਕੋਸ਼ਿਸ਼ ਕਰੀਏ ਨਾ, ਤਾਂ ਹਮੇਸ਼ਾ ਹੀ ਆਪਾਂ ਜਿਹੜਾ ਕਰਦੇ ਹਾਂ ਬੋਲਣ ਲੱਗੇ ਨਾ ਆਪਾਂ ਐਵੇਂ ਹੀ ਬੋਲਦੇ ਹਾਂ, ਲੇਕਿਨ ਐਕਚੁਅਲ ਦੇ ਵਿੱਚ ਇਹ ਗਲਤ ਹੁੰਦਾ। ਯੂ ਆਰ ਬੈਟਰ ਦੈਨ ਮੀ ਜਿਹੜਾ ਇਹ ਗਲਤ ਹੈ। ਕਿਉਂ ਗਲਤ ਹੈ ਇਹ ਦੇਖਦੇ ਹਾਂ। ਜਦੋਂ ਵੀ ਕੰਪੈਰੀਜ਼ਨ ਕਰਨਾ ਹੈ ਤਾਂ ਆਪਾਂ ਦੈਨ ਦਾ ਯੂਜ਼ ਕਰਦੇ ਹਾਂ, ਠੀਕ ਹੈ। ਇਹਦੇ ਵਿੱਚ ਨਾ ਮੈਂ ਕੋਈ ਵੀ ਟਿਪੀਕਲ ਡੈਫੀਨੇਸ਼ਨ ਨਹੀਂ ਲਿਖੀ। ਕਿਉਂ ਨਹੀਂ ਲਿਖੀ? ਕਿਉਂਕਿ ਜਿਹੜਾ ਪ੍ਰੋਨਾਊਨ ਚੈਪਟਰ ਹੈ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇੱਕ ਕਨਸੈਪਟ ਨੋਟਬੁੱਕ ਲਗਾਓ, ਉਸ ਦੇ ਵਿੱਚ ਆਪਦੇ ਕਨਸੈਪਟ ਬਣਾਉਣੇ ਸ਼ੁਰੂ ਕਰੋ, ਅਤੇ ਉਸ ਨੂੰ ਕੀ ਕਰੋ ਆਪਦੀ ਪੰਜਾਬੀ ਭਾਸ਼ਾ ਦੇ ਵਿੱਚ ਨਾਲ ਨਾਲ ਐਕਸਪਲੇਨ ਕਰਦੇ ਹੋਏ ਲਿਖਦੇ ਚਲੋ ਕਿ ਇਹ ਜਿਹੜਾ ਕੇਸ ਹੈ ਇਸ ਦੇ ਵਿੱਚ ਕੀ ਹੋਣਾ ਚਾਹੀਦਾ, ਜਾਂ ਫਿਰ ਇਹ ਚੀਜ਼ ਹੈ ਜਿਹੜੀ ਕਿਉਂ ਹੋਣੀ ਚਾਹੀਦੀ ਹੈ। ਜਿਵੇਂ ਕਿ ਯੂ ਆਰ ਬੈਟਰ ਦੈਨ ਆਈ ਹੋਣਾ ਚਾਹੀਦਾ ਹੈ। ਇਹਦਾ ਰੀਜ਼ਨ ਇਹ ਹੈ, ਜਦੋਂ ਵੀ ਆਪਾਂ ਕੰਪੇਅਰ ਕਰਦੇ ਹਾਂ, ਠੀਕ ਹੈ, ਕੰਪੇਅਰ ਹਮੇਸ਼ਾ ਉਹਨਾਂ ਚੀਜ਼ਾਂ 'ਚ ਕੀਤਾ ਜਾਂਦਾ ਹੈ ਜਿਹੜੀਆਂ ਚੀਜ਼ਾਂ ਸਿਮਿਲਰ ਹੋਣ। ਹੁਣ ਦੇਖੋ ਮੈਂ ਐਪਲ ਨੂੰ ਔਰੇਂਜ ਨਾਲ ਨਹੀਂ ਕੰਪੇਅਰ ਕਰ ਸਕਦੀ, ਠੀਕ ਹੈ। ਐਪਲ ਅਤੇ ਔਰੇਂਜ ਦਾ ਕੋਈ ਮੇਲ ਨਹੀਂ, ਮੈਂ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੀ। ਫਿਰ ਮੈਂ ਪੈਨ ਜਾਂ ਪੈਨਸਿਲ ਨੂੰ ਨਹੀਂ ਕਰ ਸਕਦੀ, ਕਿਉਂਕਿ ਪੈਨ ਦਾ ਅੱਡ ਕੰਮ ਹੈ ਅਤੇ ਪੈਨਸਿਲ ਦਾ ਅੱਡ ਕੰਮ ਹੈ। ਹਾਂ, ਜੇ ਦੋ ਕੰਪਨੀਆਂ ਦੀ ਅੱਡ ਅੱਡ ਪੈਨਸਿਲ ਹੈ ਫਿਰ ਮੈਂ ਕੰਪੇਅਰ ਕਰ ਸਕਦੀ ਹਾਂ ਨਾ। ਉਵੇਂ ਹੀ ਕੰਪੈਰੀਜ਼ਨ ਦੇ ਟਾਈਮ 'ਤੇ ਆਪਾਂ ਨੂੰ ਸਿਮਿਲੈਰਿਟੀ ਚਾਹੀਦੀ ਹੈ, ਮਤਲਬ ਦੋਨੋਂ ਬੰਦੇ ਇਕੁਅਲ ਚਾਹੀਦੇ, ਫਿਰ ਹੀ ਆਪਾਂ ਦੇਖਾਂਗੇ ਕੌਣ ਵਧੀਆ ਕੌਣ ਨਹੀਂ ਹੈਗਾ। ਤਾਂ ਹੁਣ ਇੱਥੇ ਮੇਰਾ ਯੂ ਹੈ ਜਿਹੜਾ ਉਹ ਕੀ ਹੈ ਸਬਜੈਕਟ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਹੈਲਪਿੰਗ ਵਰਬ ਤੋਂ ਅੱਗੇ ਆਇਆ ਹੋਇਆ ਤਾਂ ਆਪਣੇ ਕੋਲ ਸਬਜੈਕਟ ਹੈ। ਹੁਣ ਸਬਜੈਕਟ ਹੈ ਤਾਂ ਇੱਥੇ ਜਿਹੜਾ ਹੈਗਾ ਮੇਰੇ ਕੋਲ ਇੱਥੇ ਵੀ ਇਹ ਜਿਹੜਾ ਸਬਜੈਕਟ ਹੀ ਹੋਣਾ ਚਾਹੀਦਾ ਹੈਗਾ, ਠੀਕ ਹੈ। ਨਾ ਕਿ ਆਪਾਂ ਇੱਥੇ ਓਬਜੈਕਟ ਲਗਾ ਕੇ ਇਸਨੂੰ ਮੀ ਕਰ ਦੇਣਾ ਹੈ, ਫਿਰ ਆਪਣੇ ਕੋਲ ਜਿਹੜਾ ਕੰਪੈਰੀਜ਼ਨ ਆ ਉਹ ਗੜਬੜਾ ਜੂਗਾ, ਕਿਉਂਕਿ ਕੰਪੈਰੀਜ਼ਨ ਆਪਾਂ ਸਬਜੈਕਟ ਦੇ ਨਾਲ ਕਰ ਰਹੇ ਹਾਂ ਲੇਕਿਨ ਯੂਜ਼ ਕੀ ਕਰ ਰਹੇ ਹਾਂ ਓਬਜੈਕਟ। ਤਾਂ ਇਹ ਕੀ ਹੋ ਜਾਂਦਾ ਡਿਫਰੈਂਟ ਹੋ ਜਾਂਦਾ। ਸਬਜੈਕਟ ਦਾ ਕੰਪੈਰੀਜ਼ਨ ਸਬਜੈਕਟ ਦੇ ਨਾਲ, ਓਬਜੈਕਟ ਦਾ ਕੰਪੈਰੀਜ਼ਨ ਓਬਜੈਕਟ ਦੇ ਨਾਲ ਹੀ ਹੋਊਗਾ। ਜਿਵੇਂ ਕਿ ਨੈਕਸਟ ਦੇਖੋ, ਹੀ ਰਿਸਪੈਕਟਸ ਯੂ ਮੋਰ ਦੈਨ ਮੀ। ਹੁਣ ਦੇਖੋ
ਹੁਣ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਹੀ ਕੀ ਹੋ ਗਿਆ, ਮੇਰੇ ਕੋਲ ਸਬਜੈਕਟ ਹੋ ਗਿਆ, ਰਿਸਪੈਕਟ ਕੀ ਹੋ ਗਿਆ, ਵਰਬ ਹੋ ਗਈ। ਹੁਣ ਯੂ ਕੀ ਇੱਥੇ ਤਾਂ ਆਪਾਂ ਨੂੰ ਪਤਾ ਸੀ ਹੈਲਪਿੰਗ ਵਰਬ ਤੋਂ ਅੱਗੇ ਆ ਰਿਹਾ, ਚਲੋ ਜੀ ਇਹ ਸਬਜੈਕਟ ਹੈ। ਹੁਣ ਇੱਥੇ ਯੂ ਕੀ ਹੈ, ਮੈਂ ਤੁਹਾਨੂੰ ਆਪਦੇ ਪੁਰਾਣੇ ਮਤਲਬ ਕਿ ਪ੍ਰੋਨਾਊਨ ਆਪਾਂ ਪਹਿਲੇ ਲੈਕਚਰ 'ਚ ਹੀ ਕੀਤਾ ਸੀਗਾ ਕਿ ਅਗਰ ਆਪਾਂ ਜਦੋਂ ਵੀ ਓਬਜੈਕਟਿਵ ਕੇਸ ਪਹਿਚਾਨਣਾ ਹੋਵੇ ਤਾਂ ਵਰਬ ਤੋਂ ਇੱਕੋ ਹੀ ਕੁਐਸਚਨ ਪੁੱਛੋ, ਵਟ ਜਾਂ ਫਿਰ ਹੂਮ। ਕਿਹੜਾ ਕੁਐਸਚਨ ਪੁੱਛਣਾ ਹੈ, ਵਟ ਜਾਂ ਫਿਰ ਹੂਮ। ਹੁਣ ਹੀ ਰਿਸਪੈਕਟਸ ਵਟ ਤਾਂ ਹੀ ਕਹਾਂਗੇ, ਕਿਹਨੂੰ ਕੀ ਰਿਸਪੈਕਟ ਕਰਦਾ, ਆਪਾਂ ਪੁੱਛਾਂਗੇ ਕਿਹਨੂੰ ਰਿਸਪੈਕਟ ਕਰਦਾ, ਹੀ ਰਿਸਪੈਕਟਸ ਹੂਮ ਦਾ ਆਪਾਂ ਨੂੰ ਕੀ ਜਵਾਬ ਮਿਲ ਰਿਹਾ, ਯੂ ਕੀ ਹੋ ਗਿਆ ਆਪਣੇ ਕੋਲੇ, ਓਬਜੈਕਟ ਹੋ ਗਿਆ। ਅਗਰ ਇੱਥੇ ਓਬਜੈਕਟ ਹੈ ਤਾਂ ਆਪਾਂ ਕੰਪੈਰੀਜ਼ਨ ਵੀ ਤਾਂ ਓਬਜੈਕਟ ਦੇ ਨਾਲ ਹੀ ਕਰਾਂਗੇ, ਤਾਂ ਮੀ ਕੀ ਆਪਣੇ ਕੋਲੇ ਓਬਜੈਕਟਿਵ ਕੇਸ ਹੀ ਤਾਂ ਹੈਗਾ, ਇਹ ਵੀ ਸਹੀ ਹੈ ਅਤੇ ਇਹ ਵੀ ਸਹੀ ਹੈ। ਤਾਂ ਹੁਣ ਦੇਖੋ ਅਗਰ ਇੱਥੇ ਸਬਜੈਕਟ ਸੀ ਤਾਂ ਆਪਾਂ ਇੱਥੇ ਕੀ ਲਿੱਤਾ, ਸਬਜੈਕਟ। ਅਗਰ ਆਪਾਂ ਕੰਪੈਰੀਜ਼ਨ ਓਬਜੈਕਟ ਦੇ ਨਾਲ ਕਰ ਰਹੇ ਹਾਂ ਤਾਂ ਇੱਥੇ ਕੀ ਆ ਗਿਆ, ਓਬਜੈਕਟ ਦਾ ਜਿਹੜਾ ਯੂਜ਼ ਹੈ ਉਹ ਆਪਣੇ ਕੋਲੇ ਹੋ ਗਿਆ। ਮੈਂ ਪ੍ਰੋਨਾਊਨ ਦੇ ਛੋਟੇ ਛੋਟੇ ਟੌਪਿਕ ਇਸ ਲਈ ਲੈ ਰਹੀ ਹਾਂ ਕਿਉਂਕਿ ਛੋਟੇ ਛੋਟੇ ਟੌਪਿਕ ਵੀ ਸਮਝਣੇ ਜ਼ਰੂਰੀ ਹੈ। ਟੈਂਸਿਸ ਤਾਂ ਆਪਾਂ ਇੱਕ ਵਾਰੀ ਕੱਤੇ ਹੋਏ ਹੁੰਦੇ ਅਤੇ ਜਦੋਂ ਥੋੜ੍ਹਾ ਆਪਾਂ ਟੌਪਿਕ ਜਿਹੜੇ ਉਹ ਜ਼ਿਆਦਾ ਲੈਣੇ ਸ਼ੁਰੂ ਕਰ ਦਾਂਗੇ ਕਿਉਂਕਿ ਬਾਕੀ ਟੈਂਸਿਸ ਹੀ ਜਿਹੜੇ ਹੁੰਦੇ ਆ ਨਾ ਚੈਪਟਰ, ਸਭ ਤੋਂ ਲੰਬਾ ਚੈਪਟਰ ਹੁੰਦਾ। ਉਸ ਤੋਂ ਬਾਅਦ 'ਚੋਂ ਸਾਰੇ ਚੈਪਟਰ ਤਾਂ ਬਹੁਤ ਹੀ ਛੋਟੇ ਰਹਿ ਜਾਂਦੇ ਆਪਣੇ ਕੋਲੇ ਅਤੇ ਪ੍ਰੋਨਾਊਨ ਹੈ ਜਿਹੜਾ ਚੈਪਟਰ ਉਹ ਇੱਕ ਅੱਧੇ ਦਿਨ 'ਚ ਕੰਪਲੀਟ ਹੋ ਜਾਊਗਾ। ਹੁਣ ਆਪਾਂ ਦੇਖਦੇ ਹਾਂ ਆਪਣਾ ਜੋ ਪੈਰਾਗ੍ਰਾਫ ਟਰਾਂਸਲੇਸ਼ਨ ਆਪਾਂ ਕਰਦੇ ਹਾਂ ਉਹ ਵਾਲੀ ਚੀਜ਼। ਪਹਿਲਾਂ ਤੁਸੀਂ ਪੜ੍ਹੋਗੇ, ਮੈਂ ਤੁਹਾਡੇ ਨਾਲ ਪੜ੍ਹਦੀ ਹਾਂ। ਦ ਐਕਸਕਲੇਟਿੰਗ ਟੈਂਸ਼ਨ between India and Chinese armies along the line of actual control couldn't be more ill-timed. While India is battling the COVID-19 pandemic on a war footing, China is busy picking up the pieces and tackling international criticism over its alleged mishandling of the coronavirus crisis. At this juncture, where bilateral cooperation is of the essence to revitalize respective economies, the military build-up in Ladakh and North Sikkim has struck a discordant note. ਜਿਨ੍ਹਾਂ ਬੱਚਿਆਂ ਦੀ ਇੰਗਲਿਸ਼ ਥੋੜ੍ਹੀ ਬਹੁਤ ਵਧੀਆ ਨਾ, ਅਤੇ ਜਿਹੜੇ ਬੱਚੇ ਨਿਊਜ਼ ਵੀ ਸੁਣਦੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਸਮਝ ਆ ਗਿਆ ਹੋਣਾ, ਠੀਕ ਹੈ। ਮੈਂ ਰੋਜ਼ ਤੁਹਾਡੇ ਲਈ ਲੇਟੈਸਟ ਟੌਪਿਕ ਹੀ ਜਿਹੜਾ ਹੈਗਾ ਉਹ ਪਿਕ ਕਰ ਰਹੀ ਹਾਂ। ਚਲੋ ਆਪਾਂ ਹੁਣ ਲਾਈਨ ਬਾਈ ਲਾਈਨ ਦੇਖ ਰਹੇ ਹਾਂ। ਇਸ ਦਾ ਮਤਲਬ ਆਪਣੇ ਕੋਲ ਹੈਗਾ ਦ ਐਕਸਕਲੇਟਿੰਗ ਟੈਂਸ਼ਨ। ਆਪਾਂ ਕੀ ਕਰਨਾ ਹੈ, ਇੱਕੋ ਦਮ ਸਾਰਾ ਪੈਰਾਗ੍ਰਾਫ ਨਹੀਂ ਪੜ੍ਹਨਾ। ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤਾਂ ਇਹਨੂੰ ਆਪਾਂ ਦਵਾਈ ਵਾਂਗੂ ਲੈਣਾ, ਥੋੜ੍ਹਾ ਲੈਣਾ। ਤਾਂ ਇਹਦੇ ਵਿੱਚ ਕੀ ਕਰਨਾ, ਆਪਾਂ ਸਟਾਰਟਿੰਗ ਤੋਂ ਪੜ੍ਹਨਾ, ਨਾਲ ਹੀ ਉਸ ਚੀਜ਼ ਦਾ ਮਤਲਬ ਦੇਖਦੇ ਰਹਿਣਾ। ਹੁਣ ਜਿਵੇਂ ਕਿ ਆਪਣੇ ਕੋਲ ਹੈਗਾ ਦ ਦਾ ਤਾਂ ਹੁਣ ਆਪਾਂ ਨੂੰ ਦੇਖਣ ਦੀ ਜ਼ਰੂਰਤ ਹੀ ਨਹੀਂ ਹੁੰਦਾ। ਐਕਸਕਲੇਟਿੰਗ ਦਾ ਮਤਲਬ ਹੁੰਦਾ ਵੱਧਦਾ ਹੋਇਆ। ਟੈਨਸ਼ਨ ਆਪਾਂ ਨੂੰ ਪਤਾ ਹੀ ਹੈ, ਟੈਨਸ਼ਨ ਤਾਂ ਆਪਾਂ ਸਾਰਿਆਂ ਨੂੰ ਦਿਨ ਰਾਤ ਹੀ ਕਿਸੇ ਨਾ ਕਿਸੇ ਗੱਲ 'ਤੇ ਹੁੰਦੀ ਹੋਈ ਹੈ, ਚਾਹੇ ਉਹ ਸੋਨਾ ਬਾਬੂ ਨੂੰ ਲੈ ਕੇ ਕਿਉਂ ਨਾ ਹੋਵੇ, ਠੀਕ ਹੈ। ਦ ਐਕਸਕਲੇਟਿੰਗ ਟੈਂਸ਼ਨ ਬਿਟਵੀਨ ਇੰਡੀਆ ਐਂਡ ਚਾਈਨੀਜ਼ ਆਰਮੀਜ਼ ਅਲੋਂਗ ਦ ਲਾਈਨ ਆਫ ਐਕਚੁਅਲ ਕੰਟਰੋਲ ਕੁਨ ਬੀ ਮੋਰ ਇਲ ਟਾਈਮਡ। ਹੁਣ ਕਹਿੰਦੇ ਦ ਐਕਸਕਲੇਟਿੰਗ ਟੈਂਸ਼ਨ, ਵੱਧਦੀ ਹੋਈ ਟੈਂਸ਼ਨ, ਬਿਟਵੀਨ ਵਿੱਚ ਕਿਹਦੇ, ਇੰਡੀਆ ਐਂਡ ਚਾਈਨੀਜ਼ ਆਰਮੀਜ਼ ਦੇ, ਇੰਡੀਆ ਅਤੇ ਚਾਈਨਾ ਦੀ ਆਰਮੀ ਦੇ, ਅਲੋਂਗ ਦ ਲਾਈਨ ਆਫ ਕੰਟਰੋਲ। ਲਾਈਨ ਆਫ ਕੰਟਰੋਲ ਤੁਹਾਨੂੰ ਅਗਰ ਪਤਾ ਨਾ ਤਾਂ ਇਸਦਾ ਮਤਲਬ ਕੀ ਹੈ, ਮੈਂ ਦੱਸ ਦਿੰਦੀ ਹਾਂ। ਵੈਸੇ ਲਾਈਨ ਆਫ ਕੰਟਰੋਲ ਕੀ ਹੈ, ਇੰਡੀਆ ਅਤੇ ਚਾਈਨੀਜ਼ ਬਾਊਂਡਰੀ ਹੈ ਨਾ ਜਿਹੜੀ ਉਹ ਅੱਡ ਹੈ, ਤਾਂ ਅੱਡ ਨਹੀਂ ਹੈ, ਮਤਲਬ ਕਿ ਏਰੀਆ ਅੱਡ ਹੈ, ਆਪਾਂ ਨੂੰ ਪਤਾ ਹੀ ਹੈ। ਤਾਂ ਉਸ ਏਰੀਆ ਨੂੰ ਅੱਡ ਕਰਨ ਵਾਸਤੇ ਇੱਕ ਲਾਈਨ ਹੈ ਜਿਹੜੀ ਉਹ ਖਿੱਚੀ ਹੋਈ ਹੈ। ਉਸ ਲਾਈਨ ਜਾਂ ਫਿਰ ਬਾਊਂਡਰੀ ਨੂੰ ਕੀ ਕਹਿ ਦਿੱਤਾ ਜਾਂਦਾ ਹੈ, ਲਾਈਨ ਆਫ ਐਕਚੁਅਲ ਕੰਟਰੋਲ। ਇਸ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਉਹ ਥੋੜ੍ਹੀ ਬਹੁਤ ਤਣਾਅ ਹੈ ਜਿਹੜਾ ਚੱਲਦਾ ਰਹਿੰਦਾ ਹੈ, ਕਿਉਂਕਿ ਉਹ ਕੀ ਕਰਦੇ, ਥੋੜ੍ਹਾ ਜਿਹਾ ਇਸ ਲਾਈਨ ਆਫ ਕੰਟਰੋਲ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੈ, ਠੀਕ ਹੈ। ਚਾਈਨੀਜ਼ ਦੀਜ਼ ਆਰਮੀ ਅਲੋਂਗ ਦ ਲਾਈਨ ਆਫ ਐਕਚੁਅਲ ਕੰਟਰੋਲ ਕੁਨ ਬੀ ਮਤਲਬ ਕਿ ਮੋਰ ਇਲ ਟਾਈਮ। ਹੁਣ ਇਹ ਸਾਰਾ ਪੜ੍ਹਨਾ ਪੈ ਰਿਹਾ ਆਪਾਂ ਨੂੰ ਕਿਉਂਕਿ ਕਈ ਵਾਰ ਵੈਸੇ ਕੁਡ ਦਾ ਮਤਲਬ ਹੁੰਦਾ ਸਕਦਾ, ਨੋਟ ਦਾ ਮਤਲਬ ਨਹੀਂ। ਕਹਿੰਦੇ ਇਸ ਤੋਂ ਵੱਧ ਮਾੜਾ ਸਮੇਂ 'ਤੇ ਇਹ ਗੱਲ ਨਹੀਂ ਹੋ ਸਕਦੀ। ਜੇ ਅੱਗੇ ਅਗਰ ਆਪਾਂ ਪੂਰਾ ਦੇਖੀਏ, ਦ ਐਕਸਕਲੇਟਿੰਗ ਟੈਂਸ਼ਨ ਬਿਟਵੀਨ ਇੰਡੀਆ ਐਂਡ ਚਾਈਨੀਜ਼ ਆਰਮੀ ਅਲੋਂਗ ਦ ਲਾਈਨ ਆਫ ਐਕਚੁਅਲ ਕੰਟਰੋਲ ਕੁਨ ਬੀ ਮੋਰ ਇਲ ਟਾਈਮ। ਕਹਿੰਦੇ ਜਿਹੜੀ ਆਪਣੀ ਵੱਧਦੀ ਹੋਈ ਟੈਂਸ਼ਨ ਚੱਲ ਰਹੀ ਹੈ ਚਾਈਨੀਜ਼ ਅਤੇ ਇੰਡੀਅਨ ਆਰਮੀ ਦੇ ਵਿੱਚ, ਲਾਈਨ ਆਫ ਐਕਚੁਅਲ ਕੰਟਰੋਲ ਦੇ ਏਰੀਏ ਵਾਲੀ ਜਗ੍ਹਾ 'ਤੇ, ਉਹ ਇਸ ਤੋਂ ਮਾੜੀ ਟਾਈਮ 'ਤੇ ਨਹੀਂ ਹੋ ਸਕਦੀ। ਇਲ ਟਾਈਮ ਦਾ ਮਤਲਬ ਹੁੰਦਾ ਮਾੜਾ, ਠੀਕ ਹੈ, ਮਾੜਾ ਸਮਾਂ, ਅਤੇ ਅਲੋਂਗ ਦਾ ਹੁੰਦਾ ਨਾਲ। ਮੈਂ ਛੋਟੀ ਗੱਲ ਦਾ ਵੀ ਜਿਹੜਾ ਤੁਹਾਨੂੰ ਇੱਥੇ ਮੀਨਿੰਗ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਵਾਈਲ ਇੰਡੀਆ ਇਜ਼ ਬੈਟਲਿੰਗ
ਦ ਕੋਵਿਡ-19 ਪੈਂਡੇਮਿਕ ਔਨ ਆ ਵਾਰ ਫੁਟਿੰਗ। ਹੁਣ ਦੇਖੋ ਜਿਹੜਾ ਇਹ ਵਾਇਲ ਕਹਿੰਦੇ, ਵਾਇਲ ਦਾ ਤੁਹਾਨੂੰ ਮੈਂ ਪਿਛਲੇ ਲੈਕਚਰਸ 'ਚ ਪੂਰੀ ਚੰਗੀ ਤਰ੍ਹਾਂ ਸਮਝਾਇਆ। ਵਾਇਲ ਕਦੋਂ ਯੂਜ਼ ਕੀਤਾ ਜਾਂਦਾ? ਜਦੋਂ ਦੋ ਕੰਮ ਪੈਰਲਲ ਹੋ ਰਹੇ ਹੋਣ, ਠੀਕ ਹੈ। ਇੰਡੀਆ ਇਜ਼ ਬੈਟਲਿੰਗ, ਹੁਣ ਇਜ਼ ਬੈਟਲਿੰਗ ਇਸ ਲਈ ਆਇਆ ਕਿਉਂਕਿ ਆਪਾਂ ਲੜਾਈ ਲੜ ਰਹੇ ਹਾਂ ਨਾ ਹਜੇ ਵੀ। ਤਾਂ ਜਦੋਂ ਵੀ ਕੋਈ ਕੰਮ ਪ੍ਰੈਜ਼ੈਂਟ ਦੇ ਵਿੱਚ ਹੋ ਰਿਹਾ ਤਾਂ ਆਪਾਂ ਕਿਹੜਾ ਟੈਂਸ ਯੂਜ਼ ਕਰਦੇ ਹਾਂ? ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਜਿਹੜਾ ਉਹ ਯੂਜ਼ ਕਰਦੇ ਹਾਂ। ਇੰਡੀਆ ਇਜ਼ ਬੈਟਲਿੰਗ, ਇੰਡੀਆ ਕੀ ਜਿਹੜਾ ਉਹ ਲੜਾਈ ਕਰ ਰਿਹਾ। ਬੈਟਲ ਦਾ, ਸੌਰੀ ਮੈਂ ਲਿਖਣਾ ਭੁੱਲ ਗਈ, ਬੈਟਲ ਦਾ ਮਤਲਬ ਹੁੰਦਾ ਇੱਕ ਲੜਾਈ ਲੜਨਾ। ਦ ਕੋਵਿਡ-19, ਹੁਣ ਕੋਵਿਡ-19 ਆਪਾਂ ਨੂੰ ਪਤਾ ਕਰੋਨਾ ਵਾਇਰਸ ਨੂੰ ਕਿਹਾ ਜਾਂਦਾ ਕੋਵਿਡ-19। ਕੋਵਿਡ ਦਾ ਮਤਲਬ ਹੈ ਕਰੋਨਾ ਵਾਇਰਸ, ਅਤੇ 19 ਇਸ ਲਈ ਕਿਹਾ ਜਾਂਦਾ ਕਿਉਂਕਿ 2019 ਵਿੱਚ ਸਟਾਰਟ ਹੋਇਆ ਸੀ, ਇਸ ਲਈ ਇਸ ਨੂੰ ਕੋਵਿਡ-19 ਕਿਹਾ ਜਾਂਦਾ ਹੈ। ਪੈਂਡੇਮਿਕ ਦਾ ਮੀਨਿੰਗ ਮੈਂ ਪੁਰਾਣੇ ਲੈਕਚਰਸ 'ਚ ਤੁਹਾਨੂੰ ਦੱਸਿਆ, ਜਿਹੜੀ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਬਿਮਾਰੀ ਹੁੰਦੀ ਹੈ। ਔਨ ਆ ਵਾਰ ਫੁਟਿੰਗ, ਹੁਣ ਔਨ ਆ ਵਾਰ ਫੁਟਿੰਗ ਦਾ ਮਤਲਬ ਹੁੰਦਾ, ਵਾਰ ਫੁਟਿੰਗ ਦਾ ਮਤਲਬ ਦੇਖਦੇ ਹਾਂ ਦ ਕੰਡੀਸ਼ਨ ਆਫ ਬੀਂਗ ਪ੍ਰਪੇਅਰ ਟੂ ਅੰਡਰਟੇਕ ਔਰ ਮੇਨਟੇਨ ਵਾਰ। ਕਹਿੰਦੇ ਕਿ ਆਪਾਂ ਲੜਾਈ ਇਸ ਹਿਸਾਬ ਨਾਲ ਲੜ ਰਹੇ ਕੋਵਿਡ-19 ਨਾਲ ਕਿ ਆਪਾਂ ਇਸ ਨੂੰ ਖ਼ਤਮ ਕਰ ਦਈਏ ਕੋਵਿਡ-19 ਨੂੰ, ਜਾਂ ਫਿਰ ਆਪਾਂ ਆਪਦੀ ਵਾਰ ਦੇ ਵਿੱਚ ਜਿਹੜੇ ਹੈਗੇ ਉਹ ਬਣੇ ਰਹੀਏ। ਇੱਕ ਹਿਸਾਬ ਨਾਲ ਇਹ ਜੰਗ ਹੀ ਤਾਂ ਹੈਗੇ ਵਾਇਰਸ ਦੇ ਖਿਲਾਫ। ਕਹਿੰਦੇ ਜਦੋਂ, ਵਾਇਲ ਦਾ ਮਤਲਬ ਹੁੰਦਾ ਜਦੋਂ ਇੰਡੀਆ ਇੱਕ ਲੜਾਈ ਲੜ ਰਿਹਾ ਕੋਵਿਡ-19 ਦੇ ਨਾਲ ਪੂਰੀ ਜ਼ੋਰ ਸ਼ੋਰ ਨਾਲ। ਚਾਈਨਾ ਜਿਹੜਾ ਹੈਗਾ, ਚਾਈਨਾ ਇਜ਼ ਬਿਜ਼ੀ ਪਿਕਿੰਗ। ਹੁਣ ਵਾਇਲ ਮੈਂ ਤੁਹਾਨੂੰ ਦੱਸਿਆ ਸੀ ਦੋ ਕੰਮ ਪੈਰਲਲ ਹੋ ਰਹੇ, ਅਤੇ ਇੰਡੀਆ ਇੱਥੇ ਲੜਾਈ ਲੜ ਰਿਹਾ ਅਤੇ ਚਾਈਨਾ ਕੀ ਕਰ ਰਿਹਾ? ਚਾਈਨਾ ਬਿਜ਼ੀ ਹੈ ਪਿਕਿੰਗ ਅਪ ਦ ਪੀਸਿਸ। ਪਿਕਿੰਗ ਅਪ ਦਾ ਮਤਲਬ ਹੁੰਦਾ ਚੱਕਣਾ, ਦ ਪੀਸਿਸ ਟੁਕੜੇ, ਐਂਡ ਦ ਟੈਕਲਿੰਗ ਇੰਟਰਨੈਸ਼ਨਲ ਕ੍ਰਿਟਿਸਿਜ਼ਮ। ਉਹ ਛੋਟੇ ਛੋਟੇ ਮਤਲਬ ਆਪਦੇ ਕਹਿੰਦੇ ਹੁੰਦੇ ਨਾ ਸਪੋਰਟਸ 'ਚ ਟੁਕੜੇ ਚੱਕਣਾ, ਟੈਕਲ ਕਰਨਾ ਹੁੰਦਾ ਹੈ, ਕਿਸੇ ਚੀਜ਼ ਦਾ ਸਾਹਮਣਾ ਕਰਨਾ, ਟੈਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨੂੰ। ਕ੍ਰਿਟਿਸਿਜ਼ਮ ਹੁੰਦੀ ਹੈ ਆਲੋਚਨਾ, ਇੰਟਰਨੈਸ਼ਨਲ। ਹਾਂ ਆਪਾਂ ਵੀ ਤਾਂ ਕਰਦੇ ਹੀ ਹਾਂ ਨਾ ਕਿ ਚਾਈਨਾ ਨੇ ਸੰਭਾਲਿਆ ਨਹੀਂ, ਐਵੇਂ ਨਹੀਂ ਕੀਤਾ, ਤਾਂ ਉਹ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ। ਇੰਡੀਆ ਕੀ ਕਰ ਰਿਹਾ? ਬੈਟਲ ਲੜ ਰਿਹਾ, ਅਤੇ ਚਾਈਨਾ ਕੀ ਕਰ ਰਿਹਾ? ਉਸੇ ਸਮੇਂ 'ਤੇ ਜਿਹੜੇ ਛੋਟੇ ਛੋਟੇ ਸਪੋਰਟ ਮਤਲਬ ਐਵੀਡੈਂਸ ਆਪਦੇ ਲਈ ਇਕੱਠੇ ਕਰਨਾ, ਪਲੱਸ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨੂੰ ਨਾਲ ਕਿਵੇਂ ਉਹਨੇ ਟੈਕਲ ਕਰਨਾ, ਉਹ ਸਾਰੀਆਂ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰ ਰਿਹਾ। ਕਿਸ ਚੀਜ਼ ਲਈ ਟੈਕਲ ਕਰ ਰਿਹਾ? ਕ੍ਰਿਟਿਸਿਜ਼ਮ ਓਵਰ ਇਟਸ ਅਲੈਜਡ ਮਿਸ ਹੈਂਡਲਿੰਗ ਆਫ ਦ ਕਰੋਨਾ ਵਾਇਰਸ ਕ੍ਰਾਈਸਿਸ। ਕ੍ਰਿਟਿਸਿਜ਼ਮ ਆਲੋਚਨਾ ਕਿਸ ਗੱਲ 'ਤੇ ਹੋ ਰਹੀ ਹੈ? ਕਿ ਉਸ 'ਤੇ ਆਰੋਪ ਲਗਾਇਆ ਜਾ ਰਿਹਾ ਹੈ ਕਿ ਉਹਨੇ ਜਿਹੜੇ ਕਰੋਨਾ ਵਾਇਰਸ ਦੇ ਕ੍ਰਾਈਸਿਸ ਆ ਉਸ 'ਤੇ ਪੂਰੀ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ, ਉਸਨੇ ਮਿਸ ਹੈਂਡਲ ਕੀਤਾ, ਉਹਨੇ ਚੰਗੀ ਤਰ੍ਹਾਂ ਸੰਭਾਲਿਆ ਨਹੀਂ। ਅਗਰ ਚੰਗੀ ਤਰ੍ਹਾਂ ਸੰਭਾਲਿਆ ਹੁੰਦਾ ਤਾਂ ਆਪਾਂ ਨੂੰ ਹਜੇ ਤੱਕ ਇਹ ਨੌਬਤ ਹੈ ਜਿਹੜੀ ਉਹ ਦੇਖਣੀ ਨਾ ਪੈ ਰਹੀ ਹੁੰਦੀ। ਹੁਣ ਜਿਵੇਂ ਕਿ ਆਪਾਂ ਦੇਖਦੇ ਹਾਂ ਨੈਕਸਟ ਜਿਹੜੀਆਂ ਲਾਈਨਾਂ ਹੈ, ਐਟ ਦਿਸ ਜੰਕਚਰ। ਕਹਿੰਦੇ ਐਟ ਦਿਸ ਜੰਕਚਰ, ਜੰਕਚਰ ਦਾ ਮਤਲਬ ਹੁੰਦਾ ਪੁਆਇੰਟ ਜਾਂ ਫਿਰ ਟਾਈਮ ਜਾਂ ਫਿਰ ਸਮਾਂ। ਕਹਿੰਦੇ ਇਸ ਸਮੇਂ 'ਤੇ, ਵੇਅਰ ਜਿੱਥੇ, ਬਾਇਲੇਟਰਲ ਕੋਆਪਰੇਸ਼ਨ, ਬਾਇਲੇਟਰਲ, ਬਾਏ ਦਾ ਮਤਲਬ ਹੁੰਦਾ ਦੋਨੋਂ ਸਾਈਡ ਤੋਂ, ਦੋਨਾਂ ਸਾਈਡ ਤੋਂ ਕੋਆਪਰੇਸ਼ਨ ਦਾ ਤਾਂ ਪਤਾ ਹੀ ਹੈ, ਕੋਆਪਰੇਟ ਕਰਨਾ ਹੈ ਨਾ, ਕੋਆਪਰੇਸ਼ਨ ਚਾਹੀਦੀ ਹੈ। ਇਜ਼ ਆਫ ਦੀ ਅਸੈਂਸ ਟੂ ਰੀਵਾਈਟਲਾਈਜ਼ ਰਿਸਪੈਕਟਿਵ ਇਕੋਨਮੀਜ਼। ਕਹਿੰਦੇ ਇਹ ਕਿੱਥੇ ਨਿਚੋੜ ਹੋਊਗਾ? ਰੀਵਾਈਟਲਾਈਜ਼ ਦਾ ਮਤਲਬ ਹੁੰਦਾ ਦੁਬਾਰਾ ਜਿਉਂਦੇ ਕਰਨਾ ਆਪਣੀ ਇਕੋਨਮੀਜ਼ ਨੂੰ। ਰਿਸਪੈਕਟਿਵ ਹੋ ਗਿਆ ਸੰਬੰਧਿਤ, ਠੀਕ ਹੈ। ਰਿਸਪੈਕਟਿਵ ਜਿਹੜੀ ਹੈਗੀ ਤੁਹਾਨੂੰ ਮੈਥ ਦੀਆਂ ਕਾਫੀ ਸਾਰੀ ਸਟੇਟਮੈਂਟਸ 'ਚ ਵੀ ਦੇਖਣ ਨੂੰ ਮਿਲਦੀ ਹੋਊਗੀ। ਰਿਸਪੈਕਟਿਵ ਦਾ ਮਤਲਬ ਹੁੰਦਾ ਇੰਡੀਆ ਵਾਲੇ ਆਪਦੀ ਸਾਹਮਣ, ਚਾਈਨਾ ਵਾਲੀ ਆਪਦੀ ਸਾਹਮਣ ਇਕੋਨਮੀ। ਦ ਮਿਲਟਰੀ ਬਿਲਡਅਪ ਇਨ ਲਦਾਖ ਐਂਡ ਨੌਰਥ ਸਿੱਕਮ ਹੈਜ਼ ਸਟਰਕ ਅ ਡਿਸਕੋਰਡੈਂਟ ਨੋਟ। ਕਹਿੰਦੇ ਜਦੋਂ ਕਿ ਇੱਥੇ ਟਾਈਮ ਸੀਗਾ ਬਾਇਲੇਟਰਲ ਕੋਆਪਰੇਸ਼ਨ ਦਾ, ਤਾਂ ਕਿ ਆਪਾਂ ਆਪਦੀ ਇਕੋਨਮੀਜ਼ ਨੂੰ ਜਿਹੜਾ ਉਹ ਸੰਭਾਲ ਸਕੀਏ, ਪਰ ਦ ਮਿਲਟਰੀ ਬਿਲਡਅਪ ਇਨ ਲਦਾਖ ਐਂਡ ਨੌਰਥ ਸਿੱਕਮ, ਕਹਿੰਦੇ ਜਿਹੜੀ ਮਿਲਟਰੀ ਹੈ ਨਾ ਲਦਾਖ ਅਤੇ ਨੌਰਥ ਸਿੱਕਮ ਦੇ ਵਿੱਚ ਤੈਨਾਤ ਕੀਤੀ ਗਈ ਹੈ, ਉਹਨਾਂ ਨੇ ਕੀਤਾ ਹੈਜ਼ ਸਟਰਕ ਅ ਡਿਸਕੋਰਡੈਂਟ ਨੋਟ। ਡਿਸਕੋਰਡੈਂਟ ਨੋਟ ਦਾ ਮਤਲਬ ਹੁੰਦਾ ਇੱਕ ਅਸਹਿਮਤੀ ਨੋਟ ਹੈ ਜਿਹੜਾ ਉਹ ਦੇ ਦਿੱਤਾ। ਅਸਹਿਮਤੀ ਦਾ ਮਤਲਬ ਕਿ ਜਿੱਥੇ ਆਪਾਂ ਦੋਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ, ਉੱਥੇ ਇਹ ਜਿਹੜੀ ਮਿਲਟਰੀਜ਼ ਆ ਉਹ ਅਸਹਿਮਤੀ ਜਿਹੜੀਆਂ ਉਹ ਜਤਾ ਰਹੀਆਂ ਨੇ, ਠੀਕ ਹੈ। ਹੈਜ਼ ਦੇ ਨਾਲ ਆਪਣੀ ਥਰਡ ਫਾਰਮ ਲੱਗਦੀ ਹੈ, ਉਹ ਇਸ ਲਈ ਕੀਤਾ ਹੋਇਆ ਕਿਉਂਕਿ ਇਹ ਆਲਰੇਡੀ ਕਰ ਚੁੱਕੀ ਹੈ ਜਿਹੜੀ ਮਿਲਟਰੀ ਹੈਗੀ ਹੈ। ਹੁਣ ਆਪਾਂ ਇੱਕ ਨਾਲ ਦੇਖਦੇ ਹਾਂ, ਲਾਸਟ ਦੇ ਵਿੱਚ ਮੈਂ ਤੁਹਾਨੂੰ ਹਿੰਦੀ ਦੇ ਵਿੱਚ ਵੀ ਦੱਸੂੰਗੀ, ਕਿਉਂਕਿ ਮੇਰੇ ਕੋਲ ਇੱਕ ਸਟੂਡੈਂਟ ਦਾ ਆਇਆ ਸੀ ਕਿ ਪਲੀਜ਼ ਮੈਮ ਬਾਅਦ ਦੇ ਵਿੱਚ ਹਿੰਦੀ ਦੇ ਵਿੱਚ ਵੀ ਦੱਸ ਦਿਆ ਕਰੋ ਥੋੜ੍ਹਾ ਬਹੁਤ, ਠੀਕ ਹੈ। ਤਾਂ ਹੁਣ ਆਪਾਂ ਦੇਖਦੇ ਹਾਂ, ਦ ਐਕਸਕਲੇਟਿੰਗ ਟੈਂਸ਼ਨ ਬਿਟਵੀਨ ਇੰਡੀਆ ਐਂਡ ਚਾਈਨੀਜ਼ ਆਰਮੀ ਅਲੋਂਗ ਦ ਲਾਈਨ ਆਫ ਐਕਚੁਅਲ ਕੰਟਰੋਲ ਕੁਨ ਬੀ ਮੋਰ ਇਲ ਟਾਈਮਡ। ਹੁਣ ਤੁਹਾਨੂੰ ਸਮਝ ਹੀ ਆ ਰਿਹਾ ਹੋਣਾ, ਠੀਕ ਹੈ। ਕਾਫੀ ਸਾਰੇ ਜਿਹੜੇ ਵਰਡ ਤੁਸੀਂ ਸਿੱਖਦੇ ਹੋ ਨਾ, ਉਸਨੂੰ ਜਿਵੇਂ ਆਪਾਂ ਕਹਿੰਦੇ ਨਾ ਮਾੜਾ ਸਮਾਂ, ਹੈ ਨਾ, ਮਾੜਾ ਸਮਾਂ, ਇਹ ਤਾਂ ਮਾੜਾ ਸਮਾਂ ਚੱਲ ਰਿਹਾ,
ਤਾਂ ਇਲ ਟਾਈਮਡ ਕਹਿਣਾ ਸ਼ੁਰੂ ਕਰ ਦਿਓ ਉਸਨੂੰ ਥੋੜ੍ਹਾ ਬਹੁਤ, ਠੀਕ ਹੈ। ਕਹਿੰਦੇ ਕਿ ਜਿਹੜੀਆਂ ਵੱਧਦੀਆਂ ਹੋਈਆਂ ਟੈਂਸ਼ਨ ਹੈ ਇੰਡੀਆ ਅਤੇ ਚਾਈਨੀਜ਼ ਆਰਮੀ ਜਿਹੜੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਨੂੰ ਲੈ ਕੇ ਹੋ ਰਹੀਆਂ, ਉਹਦੇ ਨਾਲ ਨਾਲ ਹੋ ਰਹੀਆਂ, ਤਾਂ ਉਹ ਇਸ ਤੋਂ ਮਾੜੇ ਸਮੇਂ 'ਤੇ ਨਹੀਂ ਹੋ ਸਕਦੀਆਂ, ਕਿਉਂਕਿ ਇੱਕ ਤਾਂ ਕਰੋਨਾ ਵਾਇਰਸ ਦੇ ਨਾਲ ਲੜਨਾ, ਦੂਜਾ ਕਿ ਆਪਾਂ ਆਪਦੀ ਬਾਊਂਡਰੀ ਨੂੰ ਲੈ ਕੇ ਲੜਨਾ। ਵਾਈਲ ਇੰਡੀਆ ਇਜ਼ ਬੈਟਲਿੰਗ, ਵਾਈਲ ਮੈਂ ਤੁਹਾਨੂੰ ਦੱਸਿਆ ਸੀ 2 ਪੈਲਰ ਕੰਮ ਲਈ ਯੂਜ਼ ਹੁੰਦੇ, ਇੰਡੀਆ ਇਜ਼ ਬੈਟਲਿੰਗ ਦ ਕੋਵਿਡ-19 ਪੈਂਡੇਮਿਕ ਔਨ ਅ ਵॉर ਫੁਟਿੰਗ। ਕਹਿੰਦੇ ਕਿ ਆਪਣਾ ਇੰਡੀਆ ਜਿਹੜਾ ਉਹ ਪੂਰੀ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਆਪਦੀ ਸਿਚੁਏਸ਼ਨ ਨੂੰ, ਅਤੇ ਫਾਈਟ ਕਰ ਰਿਹਾ ਕੋਵਿਡ-19 ਦੇ ਨਾਲ। ਤਾਂ ਉਸੇ ਸਮੇਂ 'ਤੇ ਚਾਈਨਾ ਜਿਹੜਾ ਬਿਜ਼ੀ ਆ ਉਹ ਪਿਕਿੰਗ ਅਪ ਦ ਪੀਸਿਸ ਐਂਡ ਟੈਕਲਿੰਗ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਓਵਰ ਇਟਸ ਅਲੈਜਡ ਮਿਸ ਹੈਂਡਲਿੰਗ ਆਫ ਦ ਕਰੋਨਾ ਵਾਇਰਸ ਕ੍ਰਾਈਸਿਸ। ਕਹਿੰਦੇ ਉਸੇ ਸਮੇਂ 'ਤੇ ਚਾਈਨਾ ਜਿਹੜਾ ਉਹ ਬਿਜ਼ੀ ਹੈ ਛੋਟੇ ਛੋਟੇ ਕਹਿੰਦੇ ਨਾ ਪਜ਼ਲ ਸੋਲਵ ਕਰਨੇ ਤਾਂ ਪੀਸਿਸ ਚੱਕਣ ਦੇ ਵਿੱਚ, ਅਤੇ ਜਿਹੜੀ ਵੀ ਉਸ 'ਤੇ ਮਿਸ ਹੈਂਡਲਿੰਗ ਦੇ ਆਰੋਪ ਲੱਗੇ ਹੋਏ ਆ ਕਰੋਨਾ ਵਾਇਰਸ ਦੇ ਲੈ ਕੇ ਰਿਲੇਟਡ, ਤਾਂ ਉਸਨੂੰ ਟੈਕਲ ਕਰਨ ਦੇ ਵਿੱਚ ਉਹ ਲੱਗਿਆ ਹੋਇਆ। ਟੈਕਲ ਮਤਲਬ ਸਾਹਮਣਾ ਕਰਨਾ। ਐਟ ਦਿਸ ਜੰਕਚਰ ਮਤਲਬ ਕਿ ਐਟ ਦਿਸ ਪੁਆਇੰਟ, ਇਸ ਸਮੇਂ 'ਤੇ ਵੇਅਰ ਬਾਇਲੈਟਰਲ ਕੋਆਪਰੇਸ਼ਨ ਇਜ਼ ਦ ਆਫ ਦੀ ਅਸੈਂਸ ਟੂ ਰੀਵੈਟਲਾਈਜ਼ ਰਿਸਪੈਕਟਿਵ ਇਕੋਨਮੀਜ਼। ਕਹਿੰਦੇ ਇਹ ਸਮਾਂ ਜਦੋਂ ਕਿ ਆਪਾਂ ਨੂੰ ਇਕੋਨਮੀਜ਼ ਆਪਣੀ ਮਿਲ ਕੇ ਆਪਦੀ ਇਕੋਨਮੀਜ਼ ਸੰਭਾਲਣੀ ਚਾਹੀਦੀ ਇੱਕ ਦੂਜੇ ਨੂੰ ਸਪੋਰਟ ਦੇ ਕੇ। ਬਟ ਕਹਿੰਦੇ ਜਿਹੜੀ ਉਹ ਮਿਲਟਰੀ ਲੱਗੀ ਹੋਈ ਹੈ ਲੱਦਾਖ ਅਤੇ ਸਿੱਕਮ ਦੇ ਨੇੜੇ, ਉਹ ਕੀ ਕਰ ਰਹੀ ਹੈ, ਇਸ ਨੂੰ ਅਸਹਿਮਤ ਕਰ ਰਹੀ ਹੈ। ਉਹ ਅਸਹਿਮਤੀ ਹੈ ਜਿਹੜੀ ਇਸ ਗੱਲ ਲਈ ਜਤਾ ਰਹੀ ਹੈ। ਹੁਣ ਮੈਂ ਇੱਕ ਨਾਲ ਦੇ ਨਾਲ ਹੀ ਮੈਂ ਇੰਗਲਿਸ਼ ਬਿਨਾਂ ਪੜ੍ਹੇ ਹੀ ਤੁਹਾਨੂੰ ਹਿੰਦੀ ਦੇ ਵਿੱਚ ਦੱਸ ਦਿੰਦੀ ਹਾਂ। ਹਿੰਦੀ ਦੇ ਵਿੱਚ ਪਲੀਜ਼ ਅਗਰ ਕੋਈ ਵੀ ਕਰਨਾ ਚਾਹੁੰਦਾ ਨਾ ਤਾਂ ਮੈਂ ਨੈਕਸਟ ਤੋਂ ਕਰਵਾਉਂਦੀ ਹਾਂ। ਹਿੰਦੀ ਦੇ ਵਿੱਚ ਐਕਚੁਅਲੀ ਕੀ ਹੁੰਦਾ ਹੈ ਕਿ ਜਿਵੇਂ ਕਿ ਮਿਸ ਹੈਂਡਲਿੰਗ ਹੋ ਗਿਆ ਜਾਂ ਕਾਫੀ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਤਾਂ ਦਊਂਗੀ, ਲੇਕਿਨ ਉਹ ਐਕਚੁਅਲ ਹਿੰਦੀ ਨਹੀਂ ਹੋ ਪਾਊਗੀ, ਠੀਕ ਹੈ। ਮੈਂ ਅੱਜ ਦੱਸਦੀ ਹਾਂ। ਤਾਂ ਹਿੰਦੀ ਵਾਲੇ ਕਿੰਨੇ ਕੁ ਬੱਚੇ ਆ, ਵੈਸੇ ਮੈਨੂੰ ਲੱਗਦਾ ਨਹੀਂ ਜ਼ਿਆਦਾ ਹੋਣਗੇ, ਇੱਕ ਅੱਧਾ ਬੱਚਾ ਹੀ ਹੋਊਗਾ ਜਿਹੜਾ ਹੋਊਗਾ। ਤਾਂ मैं दस देनी है। इसमें बोल रहे हैं कि इंडिया और चाइना की आर्मीज़ में जो भी टेंशन बढ़ रही है लाइन ऑफ एक्चुअल कंट्रोल के आसपास, वो इससे बुरे समय में नहीं हो सकती है। जब इंडिया जो है वो इसे एक जंग की तरह लड़ने की कोशिश कर रहा है कोरोना वायरस से, उसी समय पे जो चाइना है वो पूरी कोशिश कर रहा है कि जो उस पर आरोप लगाए जा रहे हैं कोरोना वायरस हैंडल ना करने के, तो उसको हैंडल करना, छोटे छोटे जो है टुकड़े उठाने में उससे जो हेल्प करेंगे उसमें लगा हुआ है। एट दिस जंक्चर, इस समय पे जब हमें दोनों तरफ से एक सपोर्ट की ज़रूरत है ताकि हम अपनी इकोनॉमीज़ को दोबारा से स्टार्ट कर पाएँ, दोबारा से अच्छी कर पाएँ, तभी जो मिलिट्री है लद्दाख और नॉर्थ सिक्किम के की तरफ से वो क्या है जो इस कॉपरेशन की बात से असहमति जो है वो दे रही है, ठीक है। तो मतलब कि हाँ तो नहीं, मतलब कि जो भी है अगर मैनू ਤੁਹਾਨੂੰ ਕਿਤੇ ਵੀ ਲੱਗ ਰਿਹਾ ਤਾਂ ਪਲੀਜ਼ ਮੈਨੂੰ ਦੱਸਣਾ ਹੈ। ਥੈਂਕ ਯੂ। ਅੱਜ ਲਈ ਇੰਨਾ ਹੀ। ਤਾਂ ਜੋ ਵੀ ਤੁਸੀਂ ਇਸ ਦੇ ਵਿੱਚ ਵਕੈਬ ਕਰ ਰਹੇ ਹੋ ਨਾ ਉਸਨੂੰ ਜ਼ਰੂਰ ਕਰਦੇ ਰਹੋ, ਕਿਉਂਕਿ ਲੇਟੈਸਟ ਹੈ। ਪਲੱਸ ਕਿ ਆਪਾਂ ਨਿਊਜ਼ਪੇਪਰ 'ਚੋਂ ਚੱਕ ਰਹੇ ਹਾਂ ਤਾਂ ਨਿਊਜ਼ਪੇਪਰ 'ਚੋਂ ਚੱਕ ਰਹੇ ਹਾਂ ਅਤੇ ਕਰੋਨਾ ਵਾਇਰਸ ਪਹਿਲਾਂ ਹੀ ਇੱਕ ਹੋਰ ਟੌਪਿਕ ਹੈ। ਤਾਂ ਇਸ ਦੇ ਰਿਲੇਟਡ ਜਿਹੜੀ ਵੀ ਨਿਊਜ਼ ਬਣਦੀ ਹੈ ਜਾਂ ਫਿਰ ਕੋਈ ਵੀ ਵਕੈਬ ਵਗੈਰਾ ਬਣਦੀ ਹੈ ਉਹ ਪੇਪਰ 'ਚ ਆਉਣ ਦੇ ਚਾਂਸ ਹੁੰਦੇ ਆ। ਥੈਂਕ ਯੂ।